ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਅੱਜ ਅਸੀਂ ਗੁਰੂ ਨਾਨਕ ਸਾਹਿਬ ਜੀ ਅਤੇ ਮਰਦਾਨਾ ਜੀ ਦੀ ਇੱਕ ਸਾਖੀ ਦਾ ਵਰਣਨ ਕਰਾਂਗੇ। ਇੱਕ ਵਾਰ ਦੀ ਗੱਲ ਹੈ, ਗੁਰੂ ਨਾਨਕ ਸਾਹਿਬ ਜੀ ਅਤੇ ਮਰਦਾਨਾ ਜੀ ਜਾ ਰਹੇ ਸਨ। ਰਸਤੇ ਵਿੱਚ ਜੰਗਲ ਸੀ। ਉਹ ਜੰਗਲ ਵਿੱਚੋਂ ਲੰਘ ਰਹੇ ਸਨ ਅਤੇ ਗੁਰੂ ਨਾਨਕ ਸਾਹਿਬ ਨੇ ਇੱਕ ਦਰਖਤ ਦੇ ਥੱਲੇ ਆਪਣਾ ਆਸਣ ਲਗਾਇਆ ਅਤੇ ਉੱਥੇ ਬੈਠ ਗਏ ਅਤੇ ਮਰਦਾਨਾ ਜੀ ਨੂੰ ਕਿਹਾ ਕਿ ਮਰਦਾਨਿਆ, ਤੂੰ ਨਗਰ ਵਿੱਚ ਜਾ, ਜੋ ਕੁਝ ਖਾਣਾ ਹੈ ਖਾਇਆ, ਤੈਨੂੰ ਭੁੱਖ ਲੱਗੀ ਹੋਵੇਗੀ। ਮਰਦਾਨਾ ਜੀ ਕਹਿਣ ਲੱਗੇ, ਪਾਤਸ਼ਾਹ ਤੁਸੀਂ ਤਾਂ ਅੰਤਰਜਾਮੀ ਹੋ, ਮੈਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਸੀ। ਮਰਦਾਨਾ ਜੀ ਕਹਿਣ ਲੱਗੇ, ਪਾਤਸ਼ਾਹ ਅੱਗੇ ਤਾਂ ਕਦੇ ਇਸ ਤਰ੍ਹਾਂ ਦਾ ਹੁਕਮ ਕੀਤਾ ਨਹੀਂ। ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਮਰਦਾਨਿਆ ਅੱਜ ਤੂੰ ਜਾ, ਜੋ ਵੀ ਤੈਨੂੰ ਵੇਖੇਗਾ ਕੁਝ ਨਾ ਕੁਝ ਜ਼ਰੂਰ ਦੇਵੇਗਾ। ਅੱਜ ਤੇਰੇ ਉੱਤੇ ਇੱਕ ਮਿਹਰ ਦੀ ਨਿਗਾਹ ਕਰਕੇ ਤੈਨੂੰ ਤੋਰ ਰਹੇ ਹਾਂ। ਮਰਦਾਨਾ ਜੀ ਸਤ ਬਚਨ ਕਰਕੇ ਗੁਰੂ ਨਾਨਕ ਸਾਹਿਬ ਜੀ ਨੂੰ ਨਮਸਕਾਰ ਕਰਕੇ ਜੰਗਲ ਵਿੱਚੋਂ ਨਗਰ ਵੱਲ ਨੂੰ ਤੁਰ ਪਏ। ਨਗਰ ਨੇੜੇ ਹੀ ਸੀ। ਜਦੋਂ ਮਰਦਾਨਾ ਜੀ ਨਗਰ ਵਿੱਚ ਪਹੁੰਚੇ ਤਾਂ ਜਿਸ ਕਿਸੇ ਨੇ ਉਸ ਨੂਰਾਨੀ, ਉਸ ਰੱਬੀ ਚਿਹਰੇ ਵੱਲ ਤੱਕਿਆ, ਹਰ ਇੱਕ ਨੇ ਉਸ ਮਰਦਾਨਾ ਜੀ ਨੂੰ ਉਹਨਾਂ ਨੂੰ ਕੁਝ ਨਾ ਕੁਝ ਦਿੱਤਾ। ਕੱਪੜੇ ਵਾਲੇ ਨੇ ਵੇਖਿਆ ਤਾਂ ਉਸਨੇ ਕੱਪੜਾ ਦੇ ਦਿੱਤਾ, ਮਿਠਾਈਆਂ ਵਾਲੇ ਨੇ ਮਿਠਾਈਆਂ, ਅਤੇ ਜਿਸ ਕਿਸੇ ਨੇ ਜੋ ਵੀ ਬਣਦਾ ਸੀ, ਸਰਦਾ ਸੀ, ਸਭ ਕੁਝ ਦੇ ਦਿੱਤਾ। ਮਰਦਾਨਾ ਜੀ ਪੂਰੇ ਨਗਰ ਵਿੱਚ ਘੁੰਮੇ। ਹੁਣ ਮਰਦਾਨਾ ਜੀ ਕੋਲ ਸਮਾਨ ਬਹੁਤ ਜ਼ਿਆਦਾ ਹੋ ਗਿਆ। ਉਹਨਾਂ ਨੇ ਇੱਕ ਵੱਡੀ ਪੰਡ ਬੰਨ੍ਹ ਲਈ, ਗਠੜੀ ਬੰਨ੍ਹ ਲਈ, ਸਿਰ ਉੱਤੇ ਰੱਖ ਲਈ। ਬਹੁਤ ਔਖੇ ਹੋ ਕੇ ਉਹ ਗੁਰੂ ਨਾਨਕ ਸਾਹਿਬ ਤੱਕ ਪਹੁੰਚੇ, ਕਿਉਂਕਿ ਸਮਾਨ ਜ਼ਿਆਦਾ ਸੀ। ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਮਰਦਾਨਾ ਜੀ ਨੂੰ ਵੇਖਿਆ ਤੇ ਕਿਹਾ, ਮਰਦਾਨਿਆ ਇਹ ਸੱਪ ਕਿਉਂ ਚੱਕੀ ਫਿਰਦਾ ਹੈ? ਮਰਦਾਨਾ ਜੀ ਕਹਿਣ ਲੱਗੇ, ਪਾਤਸ਼ਾਹ ਇਹ ਕੀ ਕਹਿ ਰਹੇ ਹੋ? ਇਹ ਤਾਂ ਜ਼ਰੂਰੀ ਵਸਤਾਂ ਹਨ, ਕਈ ਦਿਨਾਂ ਤੱਕ ਮੇਰੀਆਂ ਚੱਲ ਜਾਣਗੀਆਂ। ਗੁਰੂ ਨਾਨਕ ਸਾਹਿਬ ਮਰਦਾਨਾ ਜੀ ਨੂੰ ਕਹਿਣ ਲੱਗੇ, ਇਸ ਨੂੰ ਸੁੱਟ ਦੇ, ਇਸ ਨੂੰ ਹੁਣੇ ਲਾ ਕੇ ਸੁੱਟ, ਇਹ ਤਾਂ ਜਿਉਂਦਾ ਸੱਪ ਗਲ ਪਾਈ ਫਿਰਦਾ ਹੈ। ਮਰਦਾਨਾ ਜੀ ਕਹਿਣ ਲੱਗੇ, ਪਾਤਸ਼ਾਹ ਪਹਿਲਾਂ ਤੇ ਮੈਨੂੰ ਤੁਸੀਂ ਹੁਕਮ ਦਿੱਤਾ, ਹੁਣ ਮੈਨੂੰ ਕਹਿ ਰਹੇ ਹੋ ਕਿ ਜਿਉਂਦਾ ਸੱਪ ਗਲ ਵਿੱਚ ਪਾਈ ਫਿਰਦਾ ਹੈ। ਮੈਂ ਤਾਂ ਬੜੀ ਮੁਸ਼ਕਿਲ ਨਾਲ ਇਸ ਨੂੰ ਚੱਕ ਕੇ ਲੈ ਕੇ ਆਇਆ ਹਾਂ, ਤੁਸੀਂ ਦੇਖ ਹੀ ਰਹੇ ਸੀ। ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਮਰਦਾਨਿਆ ਇਹ ਤਾਂ ਜਿਉਂਦਾ ਸੱਪ ਹੈ, ਜੇ ਤੈਨੂੰ ਨਹੀਂ ਯਕੀਨ ਆਉਂਦਾ ਤਾਂ ਤੈਨੂੰ ਦਿਖਾ ਸਕਦੇ ਹਾਂ। ਮਰਦਾਨਾ ਜੀ ਕਹਿੰਦੇ, ਹਾਂ ਬਾਦਸ਼ਾਹ ਮੈਨੂੰ ਦਿਖਾਓ। ਗੁਰੂ ਨਾਨਕ ਸਾਹਿਬ ਕਹਿਣ ਲੱਗੇ, ਮਰਦਾਨਿਆ ਪੰਡ ਇੱਥੇ ਸੁੱਟ ਦੇ। ਉਹਨਾਂ ਨੇ ਪੰਡ ਸੁੱਟ ਦਿੱਤੀ ਅਤੇ ਇੱਕ ਦਰਖਤ ਤੇ ਓਲੇ ਖੜ ਗਏ। ਗੁਰੂ ਨਾਨਕ ਸਾਹਿਬ ਕਹਿੰਦੇ, ਤੈਨੂੰ ਹੁਣੇ ਵਿਖਾਉਂਦੇ ਹਾਂ। ਕੁਝ ਸਮੇਂ ਬਾਅਦ ਉੱਥੋਂ 3 ਵਿਅਕਤੀ ਲੰਘ ਰਹੇ ਸੀ। ਗੁਰੂ ਨਾਨਕ ਸਾਹਿਬ ਅਤੇ ਮਰਦਾਨਾ ਜੀ ਇੱਕ ਵੱਡੇ ਦਰਖਤ ਤੇ ਓਲੇ ਹੋ ਗਏ। ਜਦੋਂ ਉਹਨਾਂ 3 ਵਿਅਕਤੀਆਂ ਨੇ ਉਸ ਪੰਡ ਨੂੰ ਵੇਖਿਆ ਤਾਂ ਉਹਨਾਂ ਨੇ ਬਹੁਤ ਜਲਦੀ ਨਾਲ ਉਸ ਪੰਡ ਨੂੰ ਚੱਕਿਆ ਅਤੇ ਦੇਖਿਆ ਕਿ ਇਸ ਵਿੱਚ ਤਾਂ ਵੱਖਰਾ ਵੱਖਰਾ ਬਹੁਤ ਤਰ੍ਹਾਂ ਦਾ ਸਮਾਨ ਹੈ, ਕੀਮਤੀ ਸਮਾਨ ਹੈ, ਖਾਣ ਪੀਣ ਦਾ ਸਮਾਨ ਹੈ। ਉਹ ਕਹਿਣ ਲੱਗੇ ਕਿ ਆਪਾਂ ਤਿੰਨੇ ਹੀ ਇਸ ਨੂੰ ਵੰਡ ਲੈਂਦੇ ਹਾਂ। ਉਹ ਮੰਨ ਗਏ ਉਸ ਪੰਡ ਨੂੰ ਆਪਸ ਵਿੱਚ ਵੰਡਣ ਬਾਰੇ, ਵੀ ਜੋ ਵੀ ਸਮਾਨ ਹੈ ਆਪਾਂ ਤਿੰਨੇ ਬਰਾਬਰ ਦਾ 3 ਹਿੱਸੇ ਪਾ ਲੈਂਦੇ ਹਾਂ, ਇੱਕ ਹਿੱਸਾ ਤਿੰਨੋਂ ਲੈ ਲੈਂਦੇ ਹਾਂ। ਉਹਨਾਂ ਵਿੱਚੋਂ 2 ਪੱਕੇ ਮਿੱਤਰ ਸਨ, ਦੋਨਾਂ ਦੀ ਜ਼ਿਆਦਾ ਬਣਦੀ ਸੀ ਤੇ ਇੱਕ ਨਾਲ ਉਹਨਾਂ ਦੀ ਘੱਟ ਬਣਦੀ ਸੀ, ਪਰ ਉਹ ਉਹਨਾਂ ਦੇ ਨਾਲ ਹੀ ਜਾ ਰਿਹਾ ਸੀ, ਪਰ ਉਹਨਾਂ ਦੀ ਉਸ ਨਾਲ ਘੱਟ ਬਣਦੀ ਸੀ। ਉਹਨਾਂ ਦੋਨਾਂ ਨੇ ਸਲਾਹ ਕੀਤੀ ਕਿ ਆਪਾਂ ਇਸ ਨੂੰ, ਭੁੱਖ ਬਹੁਤ ਲੱਗੀ ਹੈ, ਉਹਨਾਂ ਨੂੰ ਭੁੱਖ ਲੱਗੀ ਹੋਈ ਸੀ ਜ਼ਿਆਦਾ, ਉਹ ਕਾਫੀ ਲੰਬੇ ਸਮੇਂ ਤੋਂ ਤੁਰੇ ਆ ਰਹੇ ਸਨ। ਉਹਨਾਂ ਨੇ ਆਪਣੇ ਇੱਕ ਮਿੱਤਰ ਨੂੰ ਕਿਹਾ ਕਿ ਤੂੰ ਨਗਰ ਵਿੱਚ ਜਾ ਅਤੇ ਕੁਝ ਖਾਣ ਲਈ ਲੈ ਆ, ਉਸ ਤੋਂ ਬਾਅਦ ਆਪਾਂ ਇੱਥੋਂ ਚੱਲਾਂਗੇ। ਉਹਨਾਂ ਨੇ ਆਪਣੇ ਇੱਕ ਮਿੱਤਰ ਨੂੰ ਭੇਜ ਦਿੱਤਾ ਅਤੇ ਆਪਸ ਵਿੱਚ ਸਲਾਹ ਕੀਤੀ ਕਿ ਜਦੋਂ ਇਹ ਆਵੇਗਾ ਆਪਾਂ ਇਸ ਨੂੰ ਮਾਰ ਦੇਵਾਂਗੇ ਅਤੇ
ਇਹ ਸਮਾਨ ਜੋ ਵੀ ਕੀਮਤੀ ਸਮਾਨ ਹੈ, ਵਸਤਾਂ ਹਨ, ਸਾਰੀਆਂ ਆਪਾਂ ਆਪਸ ਵਿੱਚ ਵੰਡ ਲਵਾਂਗੇ। ਜੋ ਹੁਣ ਸ਼ਹਿਰ ਗਿਆ ਸੀ, ਜਿਸ ਨੂੰ ਭੇਜਿਆ ਸੀ ਕੁਝ ਖਾਣ ਵਾਸਤੇ ਲੈ ਕੇ ਆਉਣ ਲਈ, ਉਸਨੇ ਇਹ ਮਨ ਵਿੱਚ ਵਿਚਾਰ ਕੀਤਾ ਕਿ ਕਿਉਂ ਨਾ ਮੈਂ ਇਸ ਰੋਟੀ ਵਿੱਚ, ਇਹਨਾਂ ਵਸਤਾਂ ਵਿੱਚ ਜ਼ਹਿਰ ਪਾ ਕੇ ਲੈ ਜਾਵਾਂ ਅਤੇ ਜਦੋਂ ਮੈਂ ਜਾਵਾਂਗਾ ਉਹ ਦੋਨਾਂ ਨੂੰ ਦੇ ਦੇਵਾਂਗਾ, ਦੋਨੇ ਖਾਣਗੇ ਅਤੇ ਮਰ ਜਾਣਗੇ, ਉਹ ਸਾਰੀ ਗੱਠੜੀ ਮੇਰੀ ਹੋ ਜਾਵੇਗੀ। ਉਸਨੇ ਇਸੇ ਤਰ੍ਹਾਂ ਹੀ ਕੀਤਾ, ਉਸ ਵਸਤਾਂ ਵਿੱਚ, ਰੋਟੀ ਵਿੱਚ ਜ਼ਹਿਰ ਪਾ ਕੇ ਲੈ ਗਿਆ। ਜਦੋਂ ਉਹ ਪਹੁੰਚਿਆ ਤਾਂ ਉਹਨਾਂ ਦੋਨਾਂ ਦੀ ਪਲੈਨਿੰਗ ਦੇ ਮੁਤਾਬਿਕ ਉਹਨਾਂ ਨੇ ਇੱਕ ਵਿਅਕਤੀ ਨੇ ਪਿੱਛੋਂ ਵੱਡਾ ਸਾਰਾ ਡੰਡਾ ਉਸ ਦੇ ਸਿਰ ਵਿੱਚ ਮਾਰਿਆ ਅਤੇ ਉਹ ਗਿਰ ਗਿਆ। ਦੋਨਾਂ ਨੇ ਉਸ ਨੂੰ ਮਾਰ ਦਿੱਤਾ। ਫਿਰ ਉਹਨਾਂ ਨੇ ਕਿਹਾ ਕਿ ਹੁਣ ਭੁੱਖ ਬਹੁਤ ਲੱਗੀ ਹੈ, ਇਹ ਤਾਂ ਮਰ ਗਿਆ, ਆਪਾਂ ਇਹ ਰੋਟੀ ਖਾਈਏ ਅਤੇ ਸਮਾਨ ਅੱਧਾ ਅੱਧਾ ਵੰਡ ਲਵਾਂਗੇ, ਆਪਾਂ ਸਮਾਨ ਚੁੱਕੀਏ ਤੇ ਚੱਲੀਏ। ਜਦੋਂ ਉਹਨਾਂ ਨੇ ਰੋਟੀ ਖਾਧੀ ਉਹ ਵੀ ਉੱਥੇ ਹੀ ਮਰ ਗਏ, ਕਿਉਂਕਿ ਉਹਨਾਂ ਦੇ ਇੱਕ ਮਿੱਤਰ ਨੇ ਪਹਿਲਾਂ ਹੀ ਉਸ ਵਿੱਚ ਜ਼ਹਿਰ ਪਾ ਦਿੱਤਾ ਸੀ। ਇਸੇ ਤਰ੍ਹਾਂ ਜਦੋਂ ਮਰਦਾਨਾ ਜੀ ਨੇ ਦੇਖਿਆ ਤਾਂ ਮਰਦਾਨਾ ਜੀ ਕਹਿਣ ਲੱਗੇ, ਬਹੁਤ ਜ਼ਿਆਦਾ ਡਰ ਗਏ ਅਤੇ ਕਹਿਣ ਲੱਗੇ, ਪਾਤਸ਼ਾਹ ਸੱਚਮੁੱਚ ਇਹ ਤਾਂ ਜਿਉਂਦਾ ਸੱਪ ਹੈ, ਮਰਿਆ ਸੱਪ ਨਹੀਂ, ਇਹ ਮਾਇਆ ਤਾਂ ਜਿਉਂਦਾ ਸੱਪ ਹੈ। ਸਰੀਰਕ ਜੋ ਜੀਵਨ ਬਤੀਤ ਕਰ ਰਹੇ ਹਾਂ, ਜੀਵਨ ਬਤੀਤ ਲਈ ਮਾਇਆ ਜ਼ਰੂਰੀ ਹੈ, ਗ੍ਰਸਥੀ ਜੀਵਨ ਲਈ ਮਾਇਆ ਜ਼ਰੂਰੀ ਹੈ, ਪਰ ਜ਼ਰੂਰਤ ਤੋਂ ਜ਼ਿਆਦਾ ਤਾਂ ਗਲਤ ਪਾਸੇ ਲਾਈ ਮਾਇਆ ਤਾਂ ਨੁਕਸਾਨ ਹੀ ਕਰਦੀ ਹੈ। ਮਾਇਆ ਚੰਗੀ ਹੈ ਜੇਕਰ ਚੰਗੇ ਪਾਸੇ ਲਾਈ ਜਾਵੇ, ਉਹੀ ਮਾਇਆ ਗਲਤ ਹੋ ਜਾਂਦੀ ਹੈ ਜੇਕਰ ਗਲਤ ਪਾਸੇ ਲਾਈ ਜਾਵੇ। ਇਸ ਤਰ੍ਹਾਂ ਇਹ ਸਾਖੀ ਤੋਂ ਇਹੀ ਸਿੱਖਿਆ ਮਿਲਦੀ ਹੈ ਕਿ ਲਾਲਚ ਨਹੀਂ ਕਰਨਾ ਚਾਹੀਦਾ। ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ, ਮਾफ़ ਕਰ ਦੇਣੀਆਂ ਸਾਧ ਸੰਗਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।